ਅੱਜ ਆਓ ਅਸੀਂ ਰਾਜਾ ਦਾਊਦ ਅਤੇ ਮਸੀਹ ਅਨਸੰਗ ਹੁੰਗ ਜੀ ਇਸ ਵਿਸ਼ੇ ਦੇ ਨਾਲ ਪਰਮੇਸ਼ਵਰ ਬਾਰੇ ਜੋ ਇਸ ਯੁੱਗ ਵਿੱਚ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਆਏ ਹਨ ਜਾਣਨ ਲਈ ਕੁਝ ਸਮਾਂ ਲਈਏ। ਬਾਈਬਲ ਭਵਿੱਖਬਾਣੀਆਂ ਨਾਲ ਭਰੀ ਇੱਕ ਅਸਾਧਾਰਨ ਪੁਸਤਕ ਹੈ। ਬਾਈਬਲ ਵਿੱਚ ਭਵਿੱਖਬਾਣੀ ਕੀਤੀ ਗਈ ਸੀ ਕਿ ਯੀਸ਼ੂ ਮਸੀਹ ਜੋ 2000 ਸਾਲ ਪਹਿਲਾਂ ਧਰਤੀ ਤੇ ਆਏ ਸੀ ਬੈਤਲਹਮ ਵਿੱਚ ਇੱਕ ਕੁਵਾਰੀ ਦੁਆਰਾ ਜਨਮ ਲੈਣਗੇ ਅਤੇ ਇਹ ਭਵਿੱਖਬਾਣੀ ਕੀਤੀ ਸੀ ਕਿ ਉਹਨਾਂ ਦਾ ਸਰੀਰ ਇੱਕ ਧਨਵਾਨ ਵਿਅਕਤੀ ਦੀ ਕਬਰ ਵਿੱਚ ਰੱਖਿਆ ਜਾਵੇਗਾ। ਬਾਈਬਲ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਯੀਸ਼ੂ ਸਲੀਬ ਤੇ ਮਰ ਕੇ ਸਾਡੇ ਪਾਪਾਂ ਨੂੰ ਮਾਫ ਕਰਨ ਦੇ ਲਈ ਆਪਣਾ ਲਹੂ ਵਹਾਉਣਗੇ। ਨਬੀਆਂ ਨੇ ਮਸੀਹ ਦੇ ਵਿਸ਼ੇ ਵਿੱਚ ਬਹੁਤ ਵਿਸਤਾਰ ਨਾਲ ਲਿਖਿਆ ਹੈ। ਜਿਸ ਤਰ੍ਹਾਂ ਬਾਈਬਲ 2000 ਸਾਲ ਪਹਿਲਾਂ ਹੋਈਆਂ ਗੱਲਾਂ ਬਾਰੇ ਵਿਸਤਾਰ ਨਾਲ ਦੱਸਦੀ ਹੈ, ਉਸੇ ਤਰ੍ਹਾਂ ਬਾਈਬਲ ਵਿੱਚ ਪਰਮੇਸ਼ਰ ਬਾਰੇ ਕਾਫੀ ਭਵਿੱਖਬਾਣੀਆਂ ਹਨ ਜੋ ਇਸ ਯੁੱਗ ਵਿੱਚ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਪ੍ਰਗਟ ਹੁੰਦੇ ਹਨ। ਆਓ ਅਸੀਂ ਪਹਿਲਾ ਥੈਸਲੋਨੀਕੀਓ ਅਧਿਆਇ 5 ਵਚਨ 19 ਤੇ ਇੱਕ ਨਜ਼ਰ ਪਾਈਏ। ਆਤਮਾ ਨੂੰ ਨਾ ਬੁਝਾਓ, ਅੰਗਮ ਵਾਕਾਂ ਨੂੰ ਤੁੱਛ ਨਾ ਜਾਣੋ, ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ, ਹਰ ਪ੍ਰਕਾਰ ਦੀ ਬਦੀ ਤੋਂ ਲਾਂਬੇ ਰਹੋ। ਕਿਉਂਕਿ ਬਹੁਤ ਸਾਰੇ ਲੋਕਾਂ ਨੇ ਹੁਣ ਤੱਕ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਦਾ ਅਨੁਭਵ ਨਹੀਂ ਕੀਤਾ ਹੈ, ਇਸ ਲਈ ਉਹ ਅਗਿਆਨਤਾ ਵਿੱਚ ਜਿਉਂਦੇ ਹਨ ਅਤੇ ਸੋਚਦੇ ਹਨ ਕਿ ਅਸਲ ਵਿੱਚ ਭਵਿੱਖਬਾਣੀਆਂ ਪੂਰੀ ਹੋਣਗੀਆਂ। ਹਾਲਾਂਕਿ ਪਰਮੇਸ਼ਰ ਨੇ ਚੇਤਾਵਨੀ ਦਿੱਤੀ, ਅੰਗਮ ਵਾਕਾਂ ਨੂੰ ਤੁੱਛ ਨਾ ਜਾਣੋ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 18 ਦੇਖੀਏ। ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ, ਜੇ ਕੋਈ ਇਹਨਾਂ ਵਿੱਚੋਂ ਕੁਝ ਵਧਾਵੇ ਤਾਂ ਉਹ ਬਵਾ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਸ ਉੱਤੇ ਵਧਾਵੇਗਾ, ਅਤੇ ਜੋ ਕੋਈ ਇਸ ਅਗਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਹਦਾ ਹਿੱਸਾ ਘਟਾਵੇਗਾ। ਬਾਈਬਲ ਕਿਸੇ ਵੀ ਤਰ੍ਹਾਂ ਨਾਲ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਜਿਸ ਨੂੰ ਬਦਲਿਆ ਜਾ ਸਕਦਾ ਹੈ ਜਾਂ ਨਕਲੀ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ। ਬਾਈਬਲ ਦੀਆਂ ਪੂਰੀਆਂ 6 ਕਿਤਾਬਾਂ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋਏ ਨਬੀਆਂ ਦੁਆਰਾ ਦਰਜ ਕੀਤੇ ਗਏ ਭਵਿੱਖਬਾਣੀ ਦੇ ਵਚਨ ਹਨ। ਕੀ ਸਾਨੂੰ ਕਦੀ ਵੀ ਭਵਿੱਖਬਾਣੀ ਦੇ ਵਚਨਾਂ ਨੂੰ ਤੁੱਛ ਮੰਨਣਾ ਚਾਹੀਦਾ ਹੈ? ਇਸ ਤਰ੍ਹਾਂ ਕਰਨਾ ਪਰਮੇਸ਼ਰ ਨੂੰ ਤੁੱਛ ਜਾਣਨ ਤੋਂ ਕੁਝ ਅਲੱਗ ਨਹੀਂ ਹੈ। ਜਿਨ੍ਹਾਂ ਨੇ ਭਵਿੱਖਬਾਣੀਆਂ ਨੂੰ ਦਰਜ ਕੀਤਾ ਹੈ, ਸਾਨੂੰ ਇਸ ਤਰ੍ਹਾਂ ਕਦੀ ਨਹੀਂ ਕਰਨਾ ਚਾਹੀਦਾ, ਹੈ ਨਾ? ਆਓ ਅਸੀਂ ਯਸ਼ਾਇਆ ਅਧਿਆਇ 52 ਵਚਨ 7 ਤੇ ਜਾਈਏ। ਜਿਹੜਾ ਖੁਸ਼ਖਬਰੀ ਲੈ ਆਉਂਦਾ ਹੈ ਉਹਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ। ਜਿਹੜਾ ਸ਼ਾਂਤੀ ਸੁਣਾਉਂਦਾ, ਭਲਾਈ ਦੀ ਖੁਸ਼ਖਬਰੀ ਲਿਆਉਂਦਾ, ਜਿਹੜਾ ਮੁਕਤੀ ਸੁਣਾਉਂਦਾ ਹੈ, ਉਹ ਸਿਯੋਨ ਨੂੰ ਆਖਦਾ ਹੈ, ਕੌਣ ਰਾਜ ਕਰਦਾ ਹੈ? ਤੇਰਾ ਪਰਮੇਸ਼ਵਰ ਰਾਜ ਕਰਦਾ ਹੈ। ਸਾਡੇ ਸਿਯੋਨ ਵਿੱਚ ਪਰਮੇਸ਼ਵਰ ਹੀ ਇੱਕੋ ਇੱਕ ਹੈ ਜੋ ਰਾਜ ਕਰਦਾ ਹੈ। ਇਹ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈ ਜਿੱਥੇ ਇੱਕ ਲੀਡਰ, ਗਰੁੱਪ ਲੀਡਰ ਜਾਂ ਯੂਨਿਟ ਲੀਡਰ ਰਾਜ ਕਰਦਾ ਹੈ। ਇਹ ਜਗ੍ਹਾ ਜਿੱਥੇ ਪਰਮੇਸ਼ਵਰ ਆਪਣੇ ਲੋਕਾਂ ਤੇ ਸ਼ਾਸਨ ਕਰਦੇ ਹਨ ਉਹ ਚਰਚ ਆਫ ਗੋਡ ਹੈ। ਆਓ ਅਸੀਂ ਵਚਨ 8 ਦੇਖੀਏ। ਤੇਰੇ ਰਾਖਿਆਂ ਦੀ ਆਵਾਜ਼, ਉਹ ਆਵਾਜ਼ ਚੁੱਕਦੇ ਇਕੱਠੇ ਉਹ ਜੈਕਾਰੇ ਗਜਾਉਂਦੇ ਹਨ। ਉਹ ਅੱਖੋਂ ਅੱਖੀ ਵੇਖਣਗੇ ਜਦ ਯਹੋਵਾ ਕਿੱਥੇ ਮੁੜੇਗਾ, ਸਿਯੋਨ ਨੂੰ ਮੁੜੇਗਾ। ਭਵਿੱਖਬਾਣੀ ਦੇ ਸ਼ਬਦਾਂ ਵਿੱਚੋਂ ਕੁਝ ਵੀ ਜੋੜੇ ਜਾਂ ਘਟਾਏ ਬਿਨਾਂ ਪਰਮੇਸ਼ਵਰ ਕਿਸ ਜਗ੍ਹਾ ਤੇ ਮੁੜਦੇ ਹਨ? ਉਹ ਸਿਯੋਨ ਹੈ। ਉਹ ਉੱਥੇ ਕੀ ਕਰਨਗੇ? ਉਹ ਰਾਜ ਕਰਨਗੇ। ਸਿਯੋਨ ਇੱਕ ਇਸ ਤਰ੍ਹਾਂ ਦੀ ਜਗ੍ਹਾ ਹੈ ਜਿਸ ਦੀ ਸਥਾਪਨਾ ਅਤੇ ਨਿਯੰਤਰਣ ਪਰਮੇਸ਼ਵਰ ਦੁਆਰਾ ਕੀਤਾ ਜਾਂਦਾ ਹੈ। ਇਸ ਕਰਕੇ ਧਰਤੀ ਦੀਆਂ ਸਾਰੀਆਂ ਜਾਤੀਆਂ ਸਿਯੋਨ ਵਿੱਚ ਮੁੜਨ ਦੇ ਲਈ ਤਰਸਦੀਆਂ ਹਨ, ਪਰ ਹਰ ਕੋਈ ਸਿਯੋਨ ਵਿੱਚ ਨਹੀਂ ਆ ਸਕਦਾ। ਸਿਯੋਨ ਉਹ ਥਾਂ ਹੈ ਜਿੱਥੇ ਪਰਮੇਸ਼ਵਰ ਦੇ ਲੋਕ ਇਕੱਠੇ ਹੁੰਦੇ ਹਨ। ਆਓ ਅਸੀਂ ਫਿਰ ਤੋਂ ਵਚਨ 8 ਦੇਖੀਏ। ਤੇਰੇ ਰਾਖਿਆਂ ਦੀ ਆਵਾਜ਼, ਉਹ ਆਵਾਜ਼ ਚੁੱਕਦੇ ਇਕੱਠੇ ਹੋ ਜੈਕਾਰੇ ਗਜਾਉਂਦੇ ਹਨ। ਉਹ ਅੱਖੋਂ ਅੱਖੀ ਵੇਖਣਗੇ ਜਦ ਯਹੋਵਾ ਸਿਯੋਨ ਨੂੰ ਮੁੜੇਗਾ। ਖੁੱਲ ਕੇ ਇਕੱਠੇ ਜੈਕਾਰੇ ਗਜਾਓ, ਹੇ ਯਰੂਸ਼ਲਮ ਦੇ ਵੀਰਾਨਿਓ, ਕਿਉਂ ਜੋ ਯਹੋਵਾ ਨੇ ਆਪਣੀ ਪ੍ਰਜਾ ਨੂੰ ਦਿਲਾਸਾ ਦਿੱਤਾ, ਉਸ ਯਰੂਸ਼ਲਮ ਨੂੰ ਛੁਡਾਇਆ ਹੈ। ਯਹੋਵਾ ਨੇ ਆਪਣੀ ਪਵਿੱਤਰ ਬਾਂਹ ਸਾਰੀਆਂ ਕੌਮਾਂ ਦੇ ਵੇਖਦਿਆਂ ਦੇ ਚੜਾਈ, ਅਤੇ ਧਰਤੀ ਦੇ ਸਾਰੇ ਬੰਨੇ ਸਾਡੇ ਪਰਮੇਸ਼ਵਰ ਦੇ ਕਿਸ ਨੂੰ ਵੇਖਣਗੇ? ਬਚਾਓ ਨੂੰ ਵੇਖਣਗੇ। ਸਾਰੇ ਲੋਕੋ
ਕੀ ਇਹ ਨਹੀਂ ਕਹਿੰਦਾ ਕਿ ਪਰਮੇਸ਼ਰ ਸਾਰੀਆਂ ਜਾਤੀਆਂ ਤੇ ਆਪਣੀ ਕਿਰਪਾ ਦੀ 은혜와 ਮਿਹਰ ਕਰਨਗੇ 전부 ਅਤੇ ਉਹ ਪਰਮੇਸ਼ਰ ਦੀ ਮੁਕਤੀ ਨੂੰ ਵੇਖਣਗੇ? 뭡니까? ਇਹ ਵੀ ਇੱਕ 예언이 ਭਵਿੱਖ ਬਾਣੀ ਹੈ। 이 예언은 ਇਹ ਭਵਿੱਖ ਬਾਣੀ ਜ਼ਰੂਰ ਪੂਰੀ ਹੋਵੇਗੀ। 되게 됩니다. ਧਰਤੀ ਦੇ ਦੂਰ-ਦੂਰ ਦੇਸ਼ਾਂ ਦੇ ਸਾਰੇ ਲੋਕ ਸਾਡੇ ਪਰਮੇਸ਼ਰ ਦੀ ਕੀਤੀ ਹੋਈ ਮੁਕਤੀ ਨੂੰ ਪੱਕਾ ਦੇਖ ਲੈਣਗੇ। ਕਿ ਇਸ ਵਚਨ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਰ ਖੁਸ਼ਖਬਰੀ, ਮੁਕਤੀ ਦਾ ਸੰਦੇਸ਼ ਧਰਤੀ ਦੀ ਹੱਦ ਤੱਕ ਵੀ ਪਹੁੰਚਾਉਣਗੇ। 그거 아니겠습니까? 이 ਹਰੇਕ ਯੁੱਗ ਵਿੱਚ 사도들이나 ਪਰਮੇਸ਼ਵਰ ਦੇ ਲੋਕਾਂ ਨੇ ਪਰਮੇਸ਼ਵਰ ਦੀ ਮੁਕਤੀ ਦੀ ਯੋਜਨਾ ਤੇ 구원자께서 ਨੇੜਿਓਂ ਧਿਆਨ ਦਿੱਤਾ। 구원의 역사 ਪਿਤਾ ਦੇ ਯੁੱਗ ਵਿੱਚ 힘을 갖고서 ਨਬੀਆਂ ਨੇ ਯਹੋਵਾ ਪਰਮੇਸ਼ਵਰ ਤੇ ਮਾਣ ਕੀਤਾ 하나님을 ਅਤੇ ਪੁੱਤਰ ਦੇ ਯੁੱਗ ਵਿੱਚ ਰਸੂਲਾਂ ਨੇ ਯੀਸ਼ੂ ਦੇ ਨਾਮ ਤੇ ਮਾਣ ਕੀਤਾ। 얘기했습니다. ਉਹ ਜਿੱਥੇ ਕਿਤੇ ਵੀ ਗਏ ਉਹਨਾਂ ਨੇ ਮਸੀਹ ਬਾਰੇ ਵਡਿਆਈ ਕਰਦੇ ਹੋਏ ਕਿਹਾ, 너와 내 ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰ, ਤਦ ਤੂੰ ਅਤੇ ਤੇਰਾ ਘਰਾਨਾ ਬਚਾਏ ਜਾਓਗੇ। 오늘날 이 ਹੁਣ ਇਸ ਯੁੱਗ ਵਿੱਚ ਜਿੱਥੇ ਕਿਤੇ ਅਸੀਂ ਜਾਂਦੇ ਹਾਂ, ਸਾਨੂੰ ਪਿਤਾ ਅਤੇ ਮਾਤਾ ਜੀ ਬਾਰੇ ਵਡਿਆਈ ਕਰਨੀ ਚਾਹੀਦੀ ਹੈ, ਜੋ ਆਤਮਾ ਅਤੇ ਲਾੜੀ ਦੇ ਰੂਪ ਵਿੱਚ ਆਏ ਹਨ। ਸਾਨੂੰ ਇਸ ਗੱਲ ਤੇ ਕਦੀ ਵੀ ਆਪਣਾ ਮਾਨ ਨਹੀਂ ਗਵਾਉਣਾ ਚਾਹੀਦਾ ਕਿ ਅਸੀਂ ਪਿਤਾ ਅਤੇ ਮਾਤਾ ਜੀ ਦੀ ਸੰਤਾਨ ਹਾਂ। 아버지 어머니 ਇਸ ਤੋਂ ਇਲਾਵਾ ਪਿਤਾ ਅਤੇ ਮਾਤਾ ਜੀ ਦੀ ਸਿੱਖਿਆ ਦੇ ਅਨੁਸਾਰ ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ 들어오지 못 ਅਤੇ ਉਹਨਾਂ ਲੋਕਾਂ ਲਈ ਚੰਗੇ ਕੰਮ ਕਰਨੇ ਚਾਹੀਦੇ ਹਨ ਜੋ ਹੁਣ ਤੱਕ ਸੱਚ ਵਿੱਚ ਨਹੀਂ ਆਏ ਹਨ। ਅੱਜ ਆਓ ਅਸੀਂ ਰਾਜਾ ਦਾਊਦ ਅਤੇ ਮਸੀਹ ਅਨਸੰਗੂੰਗ ਜੀ ਇਸ ਉਪਦੇਸ਼ ਲੇਖ ਦੁਆਰਾ ਰਾਜਾ ਦਾਊਦ ਦੀ ਭਵਿੱਖਬਾਣੀ ਬਾਰੇ ਅਧਿਐਨ ਕਰੀਏ। ਆਓ ਅਸੀਂ ਹੋਸ਼ੇ ਅਧਿਆਇ 3 ਵਚਨ 4 ਦੇਖੀਏ। 이스라엘 ਇਹ ਉਹ ਇਜ਼ਰਾਈਲੀ ਵੀ 많은 날 동안 ਬਹੁਤ ਦਿਨਾਂ ਤੱਕ ਬਿਨਾਂ ਪਾਤਸ਼ਾਹ ਤੇ ਸਰਦਾਰ ਦੇ, ਬਿਨਾਂ ਭੇਡ ਦੇ ਥੰਮ ਦੇ, ਬਿਨਾਂ ਐਫੋਦ ਤੇ ਤਰਾਫਿਮ ਦੇ ਰਹਿਣਗੇ। 그 후에 ਇਹਦੇ ਮਗਰੋਂ ਉਹ ਆਪਣੇ ਪਰਮੇਸ਼ਰ ਯਹੋਵਾ 그 왕 ਅਤੇ ਦਾਊਦ ਆਪਣੇ ਪਾਤਸ਼ਾਹ ਨੂੰ ਭਾਲਣਗੇ। 다윗을 구한 ਦਾਊਦ ਨੂੰ ਭਾਲਣ ਦਾ ਮਤਲਬ ਹੈ 찾는다는 의미. ਦਾਊਦ ਨੂੰ ਭਾਲਣਾ। 언제 말이 ਇਹ ਕਦੋਂ ਹੋਵੇਗਾ? 말일에 ਅਤੇ ਆਖਰੀ ਦਿਨਾਂ ਵਿੱਚ ਯਹੋਵਾ ਅਤੇ ਉਹਦੀ ਭਲਾਈ ਵੱਲ ਭੈ ਮੰਨ ਕੇ ਮੁੜਨਗੇ। 라고 했습니다. ਹੋਸ਼ੇ ਅਧਿਆਇ 3 ਵਚਨ 5 ਸਾਡੇ ਲਈ ਇੱਕ ਬਹੁਤ ਮਹੱਤਵਪੂਰਨ ਭਵਿੱਖਬਾਣੀ ਹੈ। 말일에 ਇਹ ਕਹਿੰਦਾ ਹੈ ਕਿ ਪਰਮੇਸ਼ਰ ਦੇ ਲੋਕ ਅੰਤਮ ਦਿਨਾਂ ਵਿੱਚ ਦਾਊਦ ਨੂੰ ਭਾਲਣਗੇ। 약한 3천 ਕਿ 3000 ਸਾਲ ਪਹਿਲਾਂ ਰਹਿਣ ਵਾਲਾ ਵਿਅਕਤੀ ਅੰਤ ਦੇ ਦਿਨਾਂ ਵਿੱਚ ਫਿਰ ਜਿਉਂਦਾ ਹੋਵੇਗਾ। 이 다윗 ਅਸੀਂ ਸਪਸ਼ਟ ਰੂਪ ਨਾਲ ਸਮਝ ਸਕਦੇ ਹਾਂ ਕਿ ਇਹ ਉਹ ਰਾਜਾ ਦਾਊਦ ਬਿਲਕੁਲ ਨਹੀਂ ਹੋ ਸਕਦਾ ਜੋ ਇਜ਼ਰਾਈਲ ਦਾ ਦੂਸਰਾ ਰਾਜਾ ਸੀ, ਬਲਕਿ ਇਹ ਭਵਿੱਖ ਸੂਚਕ ਦਾਊਦ ਹੋਣਾ ਚਾਹੀਦਾ ਹੈ। 말일에 ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਜਦੋਂ ਅਸੀਂ ਅੰਤਮ ਦਿਨਾਂ ਵਿੱਚ ਭਵਿੱਖ ਸੂਚਕ ਦਾਊਦ ਨੂੰ ਪਾਲਦੇ ਹਾਂ ਤਦ ਅਸੀਂ ਪਰਮੇਸ਼ਰ ਤੋਂ ਆਸ਼ੀਸ਼ਾਂ ਨੂੰ ਪ੍ਰਾਪਤ ਕਰ ਸਕਦੇ ਹਾਂ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। 하면 ਫਿਰ 예언적 ਆਓ ਅਸੀਂ ਜਾਣੀਏ ਕਿ ਇਹ ਭਵਿੱਖ ਸੂਚਕ ਦਾਊਦ ਕੌਣ ਹੈ। ਆਓ ਅਸੀਂ ਯਸ਼ਾਇਆ ਅਧਿਆਇ 9 ਵਚਨ 6 ਦੇਖੀਏ। ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਰਾਜ ਉਹਦੇ ਮੋਢੇ ਉੱਤੇ ਹੋਵੇਗਾ ਅਤੇ ਉਹਦਾ ਨਾਮ ਇਉਂ ਸੱਦਿਆ ਜਾਵੇਗਾ, ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ਵਰ, ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। 것임이라 하고 했습니다. ਸ਼ਕਤੀਮਾਨ ਪਰਮੇਸ਼ਵਰ ਅਨਾਦਿ ਪਿਤਾ ਕੌਣ ਹੈ? 누구를 가리킵니까? 여호와 하나님 ਕੀ ਉਹ ਯਹੋਵਾ ਨਹੀਂ ਹੈ? 그 ਨਬੀ ਯਸ਼ਾਇਆ ਨੇ 장차는 한 700 ਸਾਲ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਭਵਿੱਖ ਵਿੱਚ ਯਹੋਵਾ ਇੱਕ ਬਾਲਕ ਦੇ ਰੂਪ ਵਿੱਚ ਜਨਮ ਲੈਣਗੇ। 미리 예언을 하고 있습니다. 7절에 ਆਓ ਅਸੀਂ ਵਚਨ 7 ਦੇ ਨਾਲ ਜਾਰੀ ਰੱਖੀਏ। 그 창사의 ਉਹਦੇ ਰਾਜ ਦੀ ਤਰੱਕੀ ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ। 다윗 ਕਿਸ ਦੀ ਰਾਜਗੱਦੀ? 여기 쓰 ਦਾਊਦ ਦੀ ਰਾਜਗੱਦੀ ਉੱਤੇ 위자지요. 다윗 ਅਤੇ ਉਹਦੀ ਪਾਤਸ਼ਾਹੀ ਉੱਤੇ। ਭਾਈ ਉਹ ਉਸ ਨੂੰ ਕਾਇਮ ਕਰੇ ਅਤੇ ਨਿਆਂ ਤੇ ਧਰਮ ਨਾਲ 영원토록 ਉਸ ਨੂੰ ਹੁਣ ਤੋਂ ਜੁਗੋ ਜੁਗ ਸੰਭਾਲੇ। 하실 것이라 ਸੈਨਾ ਦੇ ਯਹੋਵਾ ਦੀ 열심히 ਅਣਖ ਇਹ ਕਰੇਗੀ। 하고 있습니다. 자, 여호와 하나님 ਯਹੋਵਾ 한 ਇੱਕ ਬਾਲਕ ਦੇ ਰੂਪ ਵਿੱਚ ਜਨਮ ਲੈ ਕੇ ਧਰਤੀ ਤੇ ਆਉਣ ਵਾਲੇ ਸੀ। ਬਾਲਕ 누구를 가리키고 ਕੌਣ ਸੀ? 예수님 ਉਹ ਯੀਸ਼ੂ ਸੀ। ਜਦ ਯਹੋਵਾ ਪਰਮੇਸ਼ਵਰ ਨੇ ਸਰੀਰ ਪਾਇਆ ਅਤੇ ਧਰਤੀ ਤੇ ਆਏ ਤਦ ਉਹਨਾਂ ਨੇ ਯੀਸ਼ੂ ਨਾਮ ਦਾ ਇਸਤੇਮਾਲ ਕੀਤਾ। ਆਓ ਅਸੀਂ ਅਧਿਆਇ 9 ਵਚਨ 1 ਦੇਖੀਏ। ਪਰ ਉਹਦੇ ਲਈ ਜਿਹੜੀ ਕਸ਼ਟ ਵਿੱਚ ਸੀ ਧੁੰਦ ਨਹੀਂ ਹੋਵੇਗੀ। 예적의 ਪਿਛਲੇ ਸਮੇਂ ਵਿੱਚ ਉਹਨੇ ਜਬਲੂਨ ਦੀ ਧਰਤੀ ਅਤੇ ਨਫਤਾਲੀ ਦੀ ਧਰਤੀ ਨੂੰ ਤੁੱਛ ਕੀਤਾ, ਪਰ ਆਖਰੀ ਸਮੇਂ ਵਿੱਚ ਉਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੋਮਾ ਦੇ ਗਲੀਲ ਨੂੰ 영화롭게 ਪ੍ਰਤਾਪਵਾਨ ਕਰੇਗਾ। 흑암의 ਜਿਹੜੇ ਲੋਕ ਹਨੇਰੇ ਵਿੱਚ ਚੱਲਦੇ ਸਨ ਉਹਨਾਂ ਨੇ ਵੱਡਾ ਚਾਨਣ ਵੇਖਿਆ ਅਤੇ ਜਿਹੜੇ ਮੌਤ ਦੇ ਸਾਏ ਦੇ ਦੇਸ਼ ਵਿੱਚ ਵਸਦੇ ਸਨ ਉਹਨਾਂ ਉੱਤੇ ਚਾਨਣ ਚਮਕਿਆ। ਯੀਸ਼ੂ ਮਸੀਹ ਦਾ ਜਨਮ ਬੈਤਲਹਮ ਵਿੱਚ ਹੋਇਆ।
ਅਤੇ ਬਾਅਦ ਵਿੱਚ ਗਲੀਲ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਹੋਇਆ, ਹੈ ਨਾ। 예수님에 대한 ਇੱਥੇ 믿음을 지금 ਅਧਿਆਇ 9 ਵਿੱਚ ਯਸ਼ਾਇਆ ਯੀਸ਼ੂ ਬਾਰੇ ਸਮਝਾ ਰਿਹਾ ਹੈ। 예수님은 ਯੀਸ਼ੂ ਯਹੋਵਾ ਹੈ 이 땅에 ਜੋ ਇੱਕ ਬਾਲਕ ਦੇ ਰੂਪ ਵਿੱਚ ਧਰਤੀ ਤੇ ਆਉਣ ਵਾਲੇ ਸੀ। 다윗의 그 ਉਹ ਦਾਊਦ ਦੀ ਰਾਜ ਗੱਦੀ ਤੇ ਬੈਠਣਗੇ। ਆਓ ਅਸੀਂ ਲੂਕਾ ਅਧਿਆਇ 1 ਵਿੱਚ ਇਸ ਭਵਿੱਖਬਾਣੀ ਦੀ ਪੂਰਤੀ ਨੂੰ ਦੇਖੀਏ। 1장 30 ਲੂਕਾ ਅਧਿਆਇ 1 ਵਚਨ 30। 천사가 ਦੂਤ ਨੇ ਉਹਨੂੰ ਆਖਿਆ, ਹੇ ਮਰੀਅਮ ਨਾ ਡਰ, ਕਿਉਂ ਜੋ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਅਤੇ ਵੇਖ ਤੂੰ ਗਰਭਵਤੀ ਹੋਵੇਂਗੀ ਅਰ ਪੁੱਤਰ ਜਣੇਂਗੀ ਅਤੇ ਉਹਦਾ ਨਾਮ ਯੀਸ਼ੂ ਰੱਖਣਾ। ਉਹ ਮਹਾਨ ਹੋਵੇਗਾ 지극히 높으신 ਅਤੇ 아들이 ਅਤ ਮਹਾਨ ਦਾ ਪੁੱਤਰ ਸਦਾਵੇਗਾ 주 하나님께서 ਅਤੇ ਪ੍ਰਭੂ ਪਰਮੇਸ਼ਵਰ ਉਸ ਨੂੰ ਕੀ ਦੇਵੇਗਾ? ਉਹਦੇ ਪਿਤਾ ਦਾਊਦ ਦਾ ਤਖਤ ਉਹਨੂੰ ਦੇਵੇਗਾ। 이사야 9장 ਇਹ ਉਹ ਦ੍ਰਿਸ਼ ਹੈ ਜਦੋਂ ਯਸ਼ਾਇਆ ਅਧਿਆਇ 9 ਦੀ ਭਵਿੱਖਬਾਣੀ ਪੂਰੀ ਹੋਈ ਸੀ। 한 아기가 ਸਾਡੇ ਲਈ ਤਾਂ ਇੱਕ ਬਾਲਕ ਜੰਮਿਆ 그 아기 ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਸ਼ਕਤੀਮਾਨ ਪਰਮੇਸ਼ਵਰ ਅਨਾਦਿ ਪਿਤਾ ਹੋਵੇਗਾ। 아버지시라 하고 있어요. ਪਿਤਾ ਦੇ ਯੁੱਗ ਵਿੱਚ ਇਸਤੇਮਾਲ ਕੀਤਾ ਗਿਆ ਨਾਮ ਯਹੋਵਾ ਪਰਮੇਸ਼ਵਰ ਸੀ। 그 여호와 ਜਦੋਂ ਯਹੋਵਾ ਪਰਮੇਸ਼ਵਰ ਸਰੀਰ ਵਿੱਚ ਧਰਤੀ ਤੇ ਆਏ 때 예수 ਤਦ ਉਹਨਾਂ ਨੇ ਯੀਸ਼ੂ ਨਾਮ ਦਾ ਇਸਤੇਮਾਲ ਕੀਤਾ ਅਤੇ ਪ੍ਰਭੂ ਪਰਮੇਸ਼ਵਰ ਉਹਦੇ ਪਿਤਾ ਦਾਊਦ ਦਾ ਤਖਤ ਉਹਨੂੰ ਦੇਵੇਗਾ। 집의 왕노릇 ਉਹ ਜੁਗੋ ਜੁਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ 하고 이렇게 ਅਤੇ ਉਹਦੇ ਰਾਜ ਦਾ ਅੰਤ ਨਾ ਹੋਵੇਗਾ। ਹੋਸ਼ੇ ਅਧਿਆਇ 3 ਵਿੱਚ ਇਹ ਕਹਿੰਦਾ ਹੈ, 말일에 ਅੰਤ ਦੇ ਦਿਨਾਂ ਵਿੱਚ ਦਾਊਦ ਨੂੰ ਪਾਲੋ। 그리해야만 ਸਿਰਫ ਤਦ ਹੀ ਅਸੀਂ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਨੂੰ ਪ੍ਰਾਪਤ ਕਰ ਸਕਦੇ ਹਾਂ। 기록을 하고 있는데 ਫਿਰ 그럼 다윗 ਦਾਊਦ ਅਤੇ ਯੀਸ਼ੂ ਵਿਚਕਾਰ 어떤 ਕੀ ਭਵਿੱਖ ਸੂਚਕ ਸੰਬੰਧ ਹੈ? 계신가? 우리 사무엘 ਆਓ ਅਸੀਂ ਦੂਜਾ ਸਮੂਏਲ ਅਧਿਆਇ 5 ਵਚਨ 4 ਦੇਖੀਏ। 다윗이 ਦਾਊਦ 30 ਵਰੇ ਦਾ ਹੋ ਕੇ ਰਾਜ ਕਰਨ ਲੱਗਾ। 여기서 위라 ਜਦੋਂ ਦਾਊਦ 30 ਵਰੇ ਦਾ ਸੀ ਤਦ ਉਹ ਸਿੰਘਾਸਨ ਤੇ ਬੈਠਾ। 다윗이 ਦਾਊਦ 30 ਵਰੇ ਦਾ ਹੋ ਕੇ ਰਾਜ ਕਰਨ ਲੱਗਾ 위에 나가서 ਅਤੇ 몇 년을 다스려 ਕਿੰਨੇ ਵਰੇ ਤੱਕ? 40년을 40 ਵਰੇ ਤੱਕ ਰਾਜ ਕਰਦਾ ਰਿਹਾ। 40년을 ਇਹ ਲਿਖਿਆ ਹੈ ਕਿ ਦਾਊਦ ਨੇ 40 ਵਰੇ ਤੱਕ ਰਾਜ ਕੀਤਾ। ਰਾਜਾ ਦਾਊਦ 30 ਸਾਲ ਦੀ ਉਮਰ ਵਿੱਚ ਸਿੰਘਾਸਨ ਤੇ ਬੈਠਾ 30세 ਅਤੇ 40 ਸਾਲ ਤੱਕ ਰਾਜ ਕੀਤਾ। 40년간 그 ਫਿਰ ਯੀਸ਼ੂ ਬਾਰੇ ਕੀ, 나라는 것으로 기록되어 있는 ਜੋ ਭਵਿੱਖ ਸੂਚਕ 예언적 ਦਾਊਦ ਦੇ ਰੂਪ ਵਿੱਚ ਆਏ ਸੀ। 어떠할까? 누가복음 ਆਓ ਅਸੀਂ ਲੂਕਾ ਅਧਿਆਇ 3 ਵਚਨ 21 ਦੇਖੀਏ। ਜਾਂ ਸਾਰੇ ਲੋਕ 세례를 받을 새 ਬਪਤਿਸਮਾ ਲੈ ਹਟੇ 예수도 ਅਰ ਯੀਸ਼ੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਇਹ ਹੋਇਆ ਜੋ ਆਕਾਸ਼ ਖੁੱਲ ਗਿਆ ਅਤੇ ਪਵਿੱਤਰ ਆਤਮਾ ਦੇਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਈ ਉਸ ਉੱਤੇ ਉਤਰਿਆ 그가 나기를 ਅਤੇ ਇੱਕ ਸੁਰਗੀ ਬਾਣੀ ਆਈ, 하는 아들 ਤੂੰ ਮੇਰਾ ਪਿਆਰਾ ਪੁੱਤਰ ਹੈ, ਤੇਥੋਂ ਮੈਂ ਪ੍ਰਸੰਨ ਹਾਂ। ਯੀਸ਼ੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ ਕਿੰਨੇ ਵਰੇ? 30 ਕੁ ਵਰਿਆਂ ਦਾ ਸੀ। 다윗은 ਦਾਊਦ ਨੇ 30 ਸਾਲ ਦੀ ਉਮਰ ਵਿੱਚ ਸ਼ਾਰੀਰਿਕ ਮਸਾ ਪ੍ਰਾਪਤ ਕੀਤਾ ਅਤੇ ਆਪਣੇ ਸਿੰਘਾਸਨ ਤੇ ਬੈਠਾ। ਭਵਿੱਖ ਸੂਚਕ ਦਾਊਦ ਯੀਸ਼ੂ ਮਸੀਹ ਨੇ 30 ਸਾਲ ਦੀ ਉਮਰ ਵਿੱਚ ਆਤਮਿਕ ਮਸਾ ਪ੍ਰਾਪਤ ਕੀਤਾ ਅਤੇ ਆਪਣੇ ਰਾਜ ਤੇ ਸ਼ਾਸਨ ਕਰਨਾ ਸ਼ੁਰੂ ਕਰ ਦਿੱਤਾ। ਦਾਊਦ ਅਤੇ ਯੀਸ਼ੂ ਦੋਨਾਂ ਦਾ 30 ਸਾਲ ਦੀ ਉਮਰ ਵਿੱਚ ਮਸਾ ਹੋਇਆ ਸੀ। ਯੀਸ਼ੂ ਦਾ 20 ਜਾਂ 25 ਸਾਲ ਦੀ ਉਮਰ ਵਿੱਚ ਬਪਤਿਸਮਾ ਹੋ ਸਕਦਾ ਸੀ ਕਿ ਨਹੀਂ? 않겠습니까? 근데 ਪਰ ਅਚਰਜ ਢੰਗ ਨਾਲ ਯੀਸ਼ੂ ਦਾ ਬਪਤਿਸਮਾ ਤਦ ਹੋਇਆ ਜਦੋਂ ਉਹ 30 ਸਾਲ ਦੇ ਸੀ। ਇਹ ਅਸਲ ਵਿੱਚ ਅਵਿਸ਼ਵਾਸਯੋਗ ਹੈ। ਇਹ ਦਿਖਾਉਂਦਾ ਹੈ ਕਿ ਹਰ ਭਵਿੱਖਬਾਣੀ ਸਟੀਕ ਰੂਪ ਨਾਲ ਪੂਰੀ ਹੁੰਦੀ ਹੈ। 그렇다면 ਜੇਕਰ 30 ਸਾਲ ਦੀ ਉਮਰ ਵਿੱਚ ਦਾਊਦ ਦਾ ਮਸਾ ਹੋਇਆ ਅਤੇ 40 ਸਾਲਾਂ ਤੱਕ ਰਾਜ ਕੀਤਾ ਤਦ ਯੀਸ਼ੂ ਮਸੀਹ ਨੂੰ ਜੋ ਭਵਿੱਖ ਸੂਚਕ ਦਾਊਦ ਹਨ 30 ਸਾਲ ਦੀ ਉਮਰ ਵਿੱਚ ਆਤਮਿਕ ਮਸਾ ਕੀਤਾ ਜਾਣਾ ਚਾਹੀਦਾ ਹੈ ਅਤੇ 40 ਸਾਲਾਂ ਤੱਕ ਰਾਜ ਕਰਨਾ ਚਾਹੀਦਾ ਹੈ। ਸਿਰਫ ਤਦ ਹੀ ਅਸੀਂ ਕਹਿ ਸਕਦੇ ਹਾਂ ਕਿ ਭਵਿੱਖਬਾਣੀਆਂ ਪੂਰੀਆਂ ਹੋਈਆਂ। 근데 예수님의 ਹਾਲਾਂਕਿ ਜਿਵੇਂ ਤੁਸੀਂ ਅਤੇ ਸਾਰੇ ਬਾਈਬਲ ਦੇ ਵਿਦਵਾਨ ਚੰਗੀ ਤਰ੍ਹਾਂ ਨਾਲ ਜਾਣਦੇ ਹੋ, ਯੀਸ਼ੂ ਨੇ 3 ਸਾਲ ਤੱਕ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਆਓ ਅਸੀਂ ਲੂਕਾ ਦੇ 13 ਵਚਨ 6 ਦੇਖੀਏ। ਉਸਨੇ ਇਹ ਦ੍ਰਿਸ਼ਟਾਂਤ ਦਿੱਤਾ, ਭਾਈ ਕਿਸੇ ਮਨੁੱਖ ਦੇ ਅੰਗੂਰੀ ਬਾਗ ਵਿੱਚ ਇੱਕ ਹੰਜੀਰ ਦਾ ਬੂਟਾ ਲਾਇਆ ਹੋਇਆ ਸੀ ਅਤੇ ਉਹ ਉਸ ਦਾ ਫਲ ਲੈਣ ਆਇਆ ਪਰ ਨਾ ਲੱਭਾ। ਤਦ ਉਹਨੇ ਬਾਗਬਾਨ ਨੂੰ ਆਖਿਆ, ਵੇਖ ਮੈਂ ਇਸ ਹੰਜੀਰ ਦੇ ਬੂਟੇ ਦਾ ਫਲ ਲੈਣ ਨੂੰ 3 ਵਰਿਆਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ, ਇਹਨੂੰ ਵੱਢ ਸੁੱਟ, ਕਾਹਨੂੰ ਜ਼ਮੀਨ ਵੀ ਰੋਕ ਛੱਡੀ ਹੈ। 무화과나무는 ਤਦ ਉਸਨੇ ਬਾਗਬਾਨ ਨੂੰ ਆਖਿਆ, ਵੇਖ ਮੈਂ ਇਸ ਅੰਜੀਰ ਦੇ ਬੂਟੇ ਦੇ ਫਲ ਲੈਣ ਨੂੰ 3 ਵਰਿਆਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ, ਇਹਨੂੰ ਵੱਢ ਸੁੱਟ, ਕਾਹਨੂੰ ਜ਼ਮੀਨ ਵੀ ਰੋਕ ਛੱਡੀ ਹੈ। ਯੀਸ਼ੂ ਦਾ 30 ਸਾਲ ਦੀ ਉਮਰ ਵਿੱਚ ਬਪਤਿਸਮਾ ਹੋਇਆ ਅਤੇ 33 ਸਾਲ ਦੀ ਉਮਰ ਵਿੱਚ ਉਹਨਾਂ ਦੀ ਮੌਤ ਹੋ ਗਈ। 하시게 됩니다. 이런 어떤 ਇਸ ਬਾਰੇ 통해서 볼 때 예수님 ਕੁਝ ਇਹ ਕਹਿੰਦੇ ਹੋਏ ਸ਼ੱਕ ਕਰ ਸਕਦੇ ਹਨ 일치되지 않지 ਕਿ 않는 ਯੀਸ਼ੂ ਨੇ 의문을 ਦਾਊਦ ਦੀ ਭਵਿੱਖਬਾਣੀ ਨੂੰ ਪੂਰਾ ਨਹੀਂ ਕੀਤਾ। 여기에는 ਇੱਥੇ 오늘날 우리 ਸਾਡੀ ਮੁਕਤੀ ਦੇ ਲਈ ਇੱਕ ਜ਼ਰੂਰੀ ਭੇਤ ਹੈ।
초대교회 ਯੀਸ਼ੂ ਦੇ ਸਵਰਗ ਜਾਣ ਤੋਂ ਬਾਅਦ 예수님께서 ਪਹਿਲਾਂ ਚਰਚ ਦੀਆਂ ਸਾਰੀਆਂ ਸੱਚਾਈਆਂ ਦਾ ਕੀ ਹੋਇਆ? 사단 마귀 ਉਹਨਾਂ ਨੂੰ ਸ਼ੈਤਾਨ ਦੁਆਰਾ ਰੋਣ ਦਿੱਤਾ ਗਿਆ, ਹੈ ਨਾ? ਪਸਾ ਗਾਇਬ ਹੋ ਗਿਆ ਅਤੇ ਨਾਲ ਹੀ ਸਬਤ ਦਾ ਦਿਨ ਗਾਇਬ ਹੋ ਗਿਆ ਅਤੇ ਨਵੇਂ ਨਿਯਮ ਦੇ ਸਾਰੇ ਪਰਬ ਗਾਇਬ ਹੋ ਗਏ। ਪਰਮੇਸ਼ਵਰ ਨੂੰ ਇੱਜ਼ਤ 공경 ਅਤੇ ਆਦਰ ਦੇਣ ਦਾ ਰਾਹ ਪੂਰੀ ਤਰ੍ਹਾਂ ਨਾਲ 예체들이 ਗਾਇਬ ਹੋ ਗਿਆ, 사라져버린 것입니다. 예배를 ਕਿਉਂਕਿ ਆਰਾਧਨਾ ਜੋ ਪਰਮੇਸ਼ਵਰ ਨੂੰ ਇੱਜ਼ਤ ਅਤੇ ਆਦਰ ਦੇਣ ਦਾ ਰਾਹ ਹੈ, ਸ਼ੈਤਾਨ ਦੁਆਰਾ ਨਸ਼ਟ ਕਰ ਦਿੱਤਾ ਗਿਆ ਸੀ। 이랬으니 ਜੋ ਗੁਆਚ ਗਿਆ ਸੀ 뒤에 찾아 ਉਸ ਨੂੰ ਦੁਬਾਰਾ ਸਥਾਪਿਤ ਕਰਨ ਦੇ ਲਈ ਪਰਮੇਸ਼ਵਰ ਨੇ ਜੋ ਆਦ ਤੋਂ ਅੰਤ ਦੇਖਦੇ ਹਨ ਇਸ ਧਰਤੀ ਤੇ ਦੂਸਰੀ ਵਾਰ ਆਉਣ ਦਾ ਵਾਅਦਾ ਕੀਤਾ। 그럼 다윗 ਦਾਊਦ ਦੇ ਰਾਜ ਦੇ 40 ਸਾਲਾਂ ਵਿੱਚੋਂ 역사 가운데 ਯੀਸ਼ੂ ਨੇ ਆਪਣੇ ਪਹਿਲੀ ਵਾਰ ਆਉਣ ਤੇ 복음 나라를 3 ਸਾਲਾਂ ਦੇ ਲਈ ਆਪਣੀ ਖੁਸ਼ਖਬਰੀ ਦਾ ਕੰਮ ਕੀਤਾ। ਬਾਈਬਲ ਨੇ ਭਵਿੱਖਬਾਣੀ ਕੀਤੀ ਸੀ ਕਿ ਬਾਕੀ 37 ਸਾਲ ਉਹਨਾਂ ਦੇ ਦੂਸਰੀ ਵਾਰੀ ਆਉਣ ਤੇ ਪੂਰੀ ਤਰ੍ਹਾਂ ਨਾਲ ਪੂਰੇ ਹੋਣਗੇ। 있죠. 우리 그 내용에 ਆਓ ਅਸੀਂ ਇਬਰਾਨੀਆਂ ਅਧਿਆਇ 9 ਤੇ ਜਾਈਏ। 열어보도록 하겠습니다. ਵਚਨ 27 보시면 한번 ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਵਾਰ ਹੀ ਚੜਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਕਿਹੜੀ ਵਾਰ? ਦੂਈ ਵਾਰ ਪ੍ਰਗਟ ਹੋਵੇਗਾ। ਪਹਿਲੀ ਵਾਰ ਆਉਣ ਤੇ ਯੀਸ਼ੂ ਸਰੀਰ ਵਿੱਚ ਆਏ ਅਤੇ 3 ਸਾਲ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹੋਏ ਆਪਣੇ ਰਾਜ ਤੇ ਸ਼ਾਸਨ ਕੀਤਾ। ਉਸੇ ਤਰ੍ਹਾਂ ਬਾਕੀ 37 ਸਾਲਾਂ ਦੀ ਭਵਿੱਖਬਾਣੀ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੂੰ ਫਿਰ ਤੋਂ ਸਰੀਰ ਪਾਉਣਾ ਚਾਹੀਦਾ ਹੈ। ਇਸ ਲਈ ਇਬਰਾਨੀਆਂ ਅਧਿਆਇ 9 ਵਿੱਚ ਲਿਖਿਆ ਗਿਆ ਹੈ ਕਿ ਉਹ ਦੂਸਰੀ ਵਾਰ ਦਿਖਾਈ ਦੇਣਗੇ। ਦੂਸਰੇ ਸ਼ਬਦਾਂ ਵਿੱਚ ਉਹਨਾਂ ਨੂੰ ਧਰਤੀ ਤੇ ਇੱਕ ਦ੍ਰਿਸ਼ ਰੂਪ ਵਿੱਚ ਮਤਲਬ ਸਰੀਰ ਵਿੱਚ ਆਉਣਾ ਚਾਹੀਦਾ ਹੈ। ਜਦੋਂ ਮਸੀਹ ਦੂਸਰੀ ਵਾਰ ਆਉਂਦੇ ਹਨ ਤਦ ਉਹ ਨਿਸ਼ਾਨ ਕੀ ਹੈ ਜਿਸ ਦੇ ਦੁਆਰਾ ਅਸੀਂ ਉਹਨਾਂ ਨੂੰ ਪਛਾਣ ਸਕਦੇ ਹਾਂ? ਇਹ ਸਾਡੇ ਲਈ ਬਹੁਤ ਜ਼ਰੂਰੀ ਹੈ। ਆਓ ਅਸੀਂ ਯਸ਼ਾਇਆ ਅਧਿਆਇ 55 ਵਚਨ 1 ਵਿੱਚ ਜਾ ਕੇ ਦੇਖੀਏ ਕਿ ਉਹ ਨਿਸ਼ਾਨ ਕੀ ਹੈ। ਓਏ ਹਰੇਕ ਜੋ ਧਿਆਇਆ ਹੈ ਤੁਸੀਂ ਪਾਣੀ ਲਈ ਆਓ ਅਤੇ ਜਿਹਦੇ ਕੋਲ ਚਾਂਦੀ ਨਹੀਂ ਤੁਸੀਂ ਆਓ, ਲੈ ਲਓ ਅਤੇ ਖਾ ਲਓ। ਆਓ ਬਿਨਾਂ ਚਾਂਦੀ ਬਿਨਾਂ ਮੁੱਲ ਮੱਧ ਤੇ ਦੁੱਧ ਲੈ ਲਓ। ਜਿਹੜੀ ਰੋਟੀ ਨਹੀਂ ਉਹਦੇ ਲਈ ਤੁਸੀਂ ਆਪਣੀ ਚਾਂਦੀ ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਥਿੰਦਿਆਈ ਨਾਲ ਤ੍ਰਿਪਤ ਹੋ ਜਾਵੇ। ਕੰਨ ਲਾਓ ਔਰ ਮੇਰੇ ਵੱਲ ਆਓ, ਸੁਣੋ ਤੇ ਤੁਹਾਡੀ ਜਾਨ ਜਿਉਂਦੀ ਰਹੇਗੀ ਅਤੇ ਮੈਂ ਤੁਹਾਡੇ ਨਾਲ ਇੱਕ ਅਨੰਤ ਨੇਮ ਬੰਨਾਂਗਾ, ਅਰਥਾਤ ਦਾਊਦ ਦੀਆਂ ਸੱਚੀਆਂ ਦਿਆਲਗੀਆਂ ਦਾ। ਵੇਖ ਮੈਂ ਉਹਨੂੰ ਉਮਤਾਂ ਲਈ ਗਵਾਹ ਠਹਿਰਾਇਆ ਹੈ, ਉਮਤਾਂ ਲਈ ਪ੍ਰਧਾਨ ਅਤੇ ਹਾਕਮ। ਵੇਖ ਤੂੰ ਇੱਕ ਕੌਮ ਨੂੰ ਸੱਦੇਂਗਾ ਜਿਹਨੂੰ ਤੂੰ ਨਹੀਂ ਜਾਣਦਾ ਅਤੇ ਇੱਕ ਕੌਮ ਜੋ ਤੈਨੂੰ ਨਹੀਂ ਜਾਣਦੀ। ਯਹੋਵਾ ਤੇਰੇ ਪਰਮੇਸ਼ਵਰ ਅਤੇ ਇਜ਼ਰਾਈਲ ਦੇ ਪਵਿੱਤਰ ਪੁਰਖ ਦੇ ਕਾਰਨ ਜਿਨੇ ਤੈਨੂੰ ਸਜਾਇਆ ਤੇਰੇ ਕੋਲ ਨੱਠੀ ਆਵੇਗੀ। ਯਹੋਵਾ ਨੂੰ ਭਾਲੋ ਜਦ ਤੱਕ ਕਿ ਉਹ ਲੱਭ ਸਕੇ, ਉਹਨੂੰ ਪੁਕਾਰੋ ਜਦ ਤੱਕ ਕਿ ਉਹ ਨੇੜੇ ਹੈ। ਜਦੋਂ ਪਰਮੇਸ਼ਵਰ ਸਰੀਰ ਵਿੱਚ ਧਰਤੀ ਤੇ ਆਉਂਦੇ ਹਨ ਤਦ ਪਰਮੇਸ਼ਵਰ ਦਾਊਦ ਨਾਲ ਕਿਹੜਾ ਨੇਮ ਬੰਨਣਗੇ? ਇਬਰਾਨੀਆਂ ਅਧਿਆਇ 13 ਦੇ ਅਨੁਸਾਰ ਕਿਹੜਾ ਨੇਮ ਅਨੰਤ ਨੇਮ ਹੈ? ਕੀ ਇਹ ਨਵਾਂ ਨੇਮ ਨਹੀਂ ਹੈ? ਆਪਣੇ ਪਹਿਲੀ ਵਾਰ ਆਉਣ ਤੇ ਯੀਸ਼ੂ ਮਸੀਹ ਨੇ ਕਿਹਾ, ਇਹ ਨੇਮ ਮੇਰੇ ਉਸ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। ਉਹਨਾਂ ਨੇ ਨਵੇਂ ਨੇਮ ਨਾਲ ਆਪਣਾ ਰਾਜ ਸਥਾਪਿਤ ਕੀਤਾ ਅਤੇ 3 ਸਾਲ ਤੱਕ ਰਾਜ ਕੀਤਾ। ਜਦੋਂ ਯੀਸ਼ੂ ਮਸੀਹ ਦੂਸਰੀ ਵਾਰ ਧਰਤੀ ਤੇ ਆਏ ਤਦ ਇੱਕ ਵਾਰ ਫਿਰ ਤੋਂ 30 ਸਾਲ ਦੀ ਉਮਰ ਵਿੱਚ ਉਹਨਾਂ ਦਾ ਬਪਤਿਸਮਾ ਹੋਇਆ ਅਤੇ 37 ਸਾਲ ਦੇ ਲਈ ਉਹਨਾਂ ਨੇ ਸੇਵਕਾਈ ਕੀਤੀ। ਇਸ ਤਰ੍ਹਾਂ ਕਰਨ ਨਾਲ ਪਰਮੇਸ਼ਵਰ ਨੇ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ। ਫਿਰ ਸਾਡੇ ਲਈ ਨਵੇਂ ਨੇਮ ਨੂੰ ਕਿਸ ਨੇ ਪ੍ਰਗਟ ਕੀਤਾ? ਉਹ ਮਸੀਹ ਅਨਸੰਗ ਜੀ ਹਨ। ਹੁਣ ਆਓ ਅਸੀਂ ਮਸੀਹ ਅਨਸੰਗ ਜੀ ਦੇ ਜੀਵਨ ਤੇ ਧਿਆਨ ਦੇਈਏ। ਦਾਊਦ ਦੀ ਭਵਿੱਖਬਾਣੀ ਨੂੰ ਪੂਰਾ ਕਰਨ ਦੇ ਲਈ ਮਸੀਹ ਅਨਸੰਗ ਜੀ ਦਾ 1948 ਵਿੱਚ ਬਪਤਿਸਮਾ ਹੋਇਆ ਸੀ। ਉਹ 1918 ਵਿੱਚ ਧਰਤੀ ਤੇ ਆਏ ਸੀ ਅਤੇ 1948 ਵਿੱਚ ਬਪਤਿਸਮਾ ਲਿਆ। ਤਦ ਉਹਨਾਂ ਦਾ ਬਪਤਿਸਮਾ ਕਿੰਨੇ ਸਾਲ ਦੀ ਉਮਰ ਵਿੱਚ ਹੋਇਆ ਸੀ? 30 ਸਾਲ। 1948 ਵਿੱਚ ਇੱਕ ਬਹੁਤ ਮਹੱਤਵਪੂਰਨ ਭਵਿੱਖਬਾਣੀ ਪੂਰੀ ਹੋਈ।
무화과 나무 ਹੰਜੀਰ ਦੇ ਦਰਖਤ ਦੇ ਦ੍ਰਿਸ਼ਟਾਂਤ ਵਿੱਚ 다시금 ਇਜ਼ਰਾਈਲ ਦੇਸ਼ ਨੇ ਜੋ ਹੰਜੀਰ ਦੇ ਦਰਖਤ ਨਾਲ ਦਰਸਾਇਆ ਗਿਆ ਹੈ ਆਪਣੇ ਅਧਿਕਾਰ ਨੂੰ 1948 ਵਿੱਚ ਵਾਪਸ ਪਾ ਲਿਆ ਜਦੋਂ ਉਸ ਦੀ ਟਾਹਣੀ ਨਰਮ ਹੋ ਗਈ 1900 ਅਤੇ ਇਸ ਦੇ ਪੱਤੇ ਨਿਕਲ ਆਏ। 이스라엘 ਇਜ਼ਰਾਈਲ ਦੀ ਆਜ਼ਾਦੀ ਨੂੰ ਜਾਣਨਾ 예언을 풀어가는데 ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਨੂੰ ਸਮਝਣ ਦੇ ਲਈ ਮਹੱਤਵਪੂਰਨ ਹੈ। 1948 ਵਿੱਚ 그 해가 ਮਸੀਹ ਅਨਸੰਗੂੰਗ ਜੀ 30세 30 ਸਾਲ ਦੇ ਹੋਏ ਅਤੇ ਉਹਨਾਂ ਨੇ ਉਸੇ ਸਾਲ ਬਪਤਿਸਮਾ ਲਿਆ। ਦਾਊਦ ਦੇ ਸਿੰਘਾਸਨ ਦੀ ਭਵਿੱਖਬਾਣੀ ਦੇ ਬਾਕੀ 37 ਸਾਲਾਂ ਨੂੰ ਪੂਰਾ ਕਰਨ ਦੇ ਲਈ ਜਦੋਂ ਤੁਸੀਂ 37 ਸਾਲਾਂ ਨੂੰ 1948 ਵਿੱਚ ਜੋੜਦੇ ਹੋ ਤਦ ਉਹ ਕਿਹੜਾ ਸਾਲ ਆਉਂਦਾ ਹੈ? ਉਹ 1985 ਹੈ। 85 ਇਸ ਕਰਕੇ ਦਾਊਦ ਦੇ ਸਿੰਘਾਸਨ ਦੇ ਬਾਕੀ 37 ਸਾਲਾਂ ਨੂੰ ਪੂਰਾ ਕਰਨ ਦੇ ਬਾਅਦ 이 세상에 1985 ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। 그런 어떤 ਤਦ 것들을 사람이 살아 ਕੀ ਸਿਰਫ ਇੱਕ ਸਧਾਰਨ ਮਨੁੱਖ 임의대로 ਇਹਨਾਂ ਭਵਿੱਖਬਾਣੀਆਂ ਦੇ ਉਚਿਤ ਹੋਣ ਦੇ ਲਈ ਆਪਣੇ ਜਨਮ ਜਾਂ ਮੌਤ ਨੂੰ ਨਿਰਧਾਰਿਤ ਕਰ ਸਕਦਾ ਹੈ? 절대 그리 할 수 없는 ਬਿਲਕੁਲ ਨਹੀਂ। 무화과 나무 ਹੰਜੀਰ ਦੇ ਦਰਖਤ ਮਤਲਬ ਇਜ਼ਰਾਈਲ ਦੀ ਆਜ਼ਾਦੀ 1900 1948 ਦੇ ਬਜਾਏ 1950 ਜਾਂ 1946 ਵਿੱਚ ਹੋ ਸਕਦੀ ਸੀ 46년도도 될 수 있고 말이에요. 그러나 ਪਰ ਪਰਮੇਸ਼ਵਰ ਨੇ ਕਿਹਾ ਹੰਜੀਰ ਦੇ ਦਰਖਤ ਤੋਂ ਇਹ ਦ੍ਰਿਸ਼ਟਾਂਤ ਸਿੱਖੋ 가지가 예언할 ਜਦੋਂ ਉਸ ਦੀ ਟਾਹਣੀ ਨਰਮ ਹੋ ਜਾਂਦੀ ਅਤੇ ਪੱਤੇ ਨਿਕਲਣ ਲੱਗਦੇ ਹਨ ਤਦ ਜਾਣ ਲਓ ਕਿ ਉਹ ਨੇੜੇ ਹੈ ਪਰ ਬੂਹੇ ਤੇ ਹੀ ਹੈ। 아주 중요한 ਉਹਨਾਂ ਦੇ ਆਉਣ ਦੀ ਭਵਿੱਖਬਾਣੀਆਂ ਦੀਆਂ 표적 중에 한 ਨਿਸ਼ਾਨੀਆਂ ਵਿੱਚੋਂ ਇਜ਼ਰਾਈਲ ਦੀ ਆਜ਼ਾਦੀ ਬਹੁਤ ਮਹੱਤਵਪੂਰਨ ਹੈ। 그해 ਦਾਊਦ ਦੇ ਸਿੰਘਾਸਨ ਦੀ ਭਵਿੱਖਬਾਣੀ ਦੇ ਅਨੁਸਾਰ ਉਸ ਸਾਲ ਵਿੱਚ ਮਸੀਹ ਦਾ ਬਪਤਿਸਮਾ ਖੁਸ਼ਖਬਰੀ ਦੇ ਰਾਜ ਦੀ ਦੁਬਾਰਾ ਸਥਾਪਨਾ ਨੂੰ ਸੂਚਿਤ ਕਰਦਾ ਹੈ ਨਾ? 1948 ਤੋਂ 복음 나라를 1985 ਤੱਕ ਮਸੀਹ ਨੇ 37 ਸਾਲਾਂ ਤੱਕ ਖੁਸ਼ਖਬਰੀ ਦੀ ਅਗਵਾਈ ਕੀਤੀ। ਜਦੋਂ ਅਸੀਂ ਉਹਨਾਂ ਦੇ ਪਹਿਲੀ ਵਾਰੀ ਆਉਣ ਦੇ 3 ਸਾਲ ਅਤੇ ਦੂਸਰੀ ਵਾਰੀ ਆਉਣ ਦੇ 37 ਸਾਲ ਜੋੜਦੇ ਹਾਂ ਤਦ ਇਹ ਕੁੱਲ 40 ਸਾਲ ਹੁੰਦੇ ਹਨ। ਇਸ ਤਰ੍ਹਾਂ ਨਾਲ ਮਸੀਹ ਨੇ ਦਾਊਦ ਦੇ ਸਿੰਘਾਸਨ ਤੇ 40 ਸਾਲ ਰਾਜ ਕਰਨ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ। ਪਰ ਇਹ ਭਵਿੱਖਬਾਣੀ ਸਿਰਫ ਸਿੰਘਾਸਨ ਦੇ ਸਮੇਂ ਬਾਰੇ ਨਹੀਂ ਹੈ। ਉਹਨਾਂ ਨੂੰ ਹੋਰ ਕੀ ਲਿਆਉਣਾ ਚਾਹੀਦਾ ਹੈ? ਉਹਨਾਂ ਨੂੰ ਨਸ਼ਟ ਕੀਤੇ ਗਏ ਨਵੇਂ ਨੇਮ ਦੇ ਸਾਰੇ ਨਿਯਮ ਵਿਵਸਥਾ ਅਤੇ ਹੁਕਮਾਂ ਨੂੰ ਦੁਬਾਰਾ ਸਥਾਪਿਤ ਕਰਨਾ ਸੀ। ਪਰਮੇਸ਼ਵਰ ਦੀ ਕਿਰਪਾ ਨਵਾਂ ਨੇਮ 하나님의 ਸਿਰਫ ਦਾਊਦ ਤੇ ਕੀਤੀ ਸੱਚਾਈਆਂ ਦਿਆਲਗੀਆਂ ਦਾ ਤੋਹਫਾ ਹੈ। 그래서 ਇਸ ਪ੍ਰਕਾਰ ਦਾਊਦ ਦਾ ਨਿਸ਼ਾਨ ਨਵਾਂ ਨੇਮ ਹੈ। ਭਾਵੇਂ ਹੀ 3 ਵਾਰ ਵਿੱਚ 7 ਪਰਬ ਦੇ ਸਾਰੇ ਨਿਯਮ ਤੇ ਵਿਵਸਥਾਵਾਂ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਪਰ ਪਿਤਾ ਅਨਸੰਗੂੰਗ ਜੀ ਨੇ ਆ ਕੇ ਉਹਨਾਂ ਸਾਰਿਆਂ ਨੂੰ ਦੁਬਾਰਾ ਸਥਾਪਿਤ ਕੀਤਾ। ਆਪਣੇ ਪਹਿਲੀ ਵਾਰ ਆਉਣ ਤੇ 3 ਸਾਲ ਅਤੇ ਦੂਸਰੀ ਵਾਰੀ ਆਉਣ ਤੇ 37 ਸਾਲ ਤੱਕ ਰਾਜ ਕਰਦੇ ਹੋਏ 40년 ਪਿਤਾ ਨੇ ਦਾਊਦ ਦੇ ਸਿੰਘਾਸਨ ਦੇ 40 ਸਾਲਾਂ ਦੇ 예언으로 ਸ਼ਾਸਨ ਕਾਲ ਨੂੰ ਪੂਰਾ ਕੀਤਾ। 있겠습니다. 그전까지 ਕਿ ਕਿਸੇ ਹੋਰ ਨੇ 월절 ਕਦੀ 3 ਵਾਰ ਵਿੱਚ 7 ਪਰਬ 새 언약의 ਸਬਤ 모든 ਅਤੇ ਨਵੇਂ ਨੇਮ ਪਸਾ ਦੇ ਦੁਆਰਾ ਮਨੁੱਖ ਜਾਤੀ ਲਈ 구원의 길을 ਮੁਕਤੀ ਦਾ ਰਾਹ 열어주니 ਖੋਲਿਆ ਹੈ। ਕਾਫੀ ਬਾਈਬਲ ਦੇ ਵਿਦਵਾਨ 수많은 ਧਰਮ ਸ਼ਾਸਤਰੀ 있고 수많은 ਅਤੇ ਪਾਦਰੀ ਹਨ ਪਰ ਨਾ ਕੋਈ ਕਦੀ ਵੀ ਇਹਨਾਂ ਨਿਯਮਾਂ ਨੂੰ ਲਿਆਇਆ। ਉਹ ਸਿਰਫ ਦਾਅਵਾ ਕਰਦੇ ਹਨ ਕਿ ਜੋ ਕੋਈ ਵਿਸ਼ਵਾਸ ਕਰਦਾ ਹੈ ਉਹ ਬਚਾਇਆ ਜਾ ਸਕਦਾ ਹੈ। ਕੁਝ ਲੋਕ ਪੁੱਛਦੇ ਹਨ 7 ਦੇ ਐਡਵੈਂਟਿਸਟ ਚਰਚ ਨੇ ਚਰਚ ਆਫ ਗੋਡ ਤੋਂ ਪਹਿਲਾਂ ਸ਼ਨੀਵਾਰ ਨੂੰ ਆਰਾਧਨਾ ਕਰਨਾ ਸ਼ੁਰੂ ਕਰ ਦਿੱਤਾ ਹੈ ਨਾ? ਉਹਨਾਂ ਦਾ ਸਬਤ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 걸치는 ਸ਼ਨੀਵਾਰ ਤੱਕ ਜਾਂਦਾ ਹੈ। 우리는 ਪਰ ਸਾਡੇ ਬਾਰੇ ਕੀ? ਅਸੀਂ 7ਵੇਂ ਦਿਨ ਆਰਾਧਨਾ ਕਰਦੇ ਹਾਂ। ਦੂਸਰੇ ਸ਼ਬਦਾਂ ਵਿੱਚ ਉਹਨਾਂ ਦਾ ਸਬਤ 6ਵੇਂ ਦਿਨ ਤੋਂ ਸ਼ੁਰੂ ਹੁੰਦਾ ਹੈ। 그건 ਉਹ ਸਬਤ ਪਰਮੇਸ਼ਵਰ ਦੁਆਰਾ ਨਿਯੁਕਤ ਨਹੀਂ ਹੈ। 하나님이라는 ਉਹ ਸਿਰਫ ਸਬਤ ਦਾ ਨਾਮ ਉਧਾਰ ਲੈ ਰਹੇ ਹਨ। 7ਵਾਂ ਦਿਨ ਸਬਤ ਦਾ ਦਿਨ ਹੈ। 그래서 ਇਸ ਦੇ ਦੁਆਰਾ ਅਸੀਂ ਮਹਿਸੂਸ ਕਰ ਸਕਦੇ ਹਾਂ 오늘날 ਹੁਣ ਅਸੀਂ ਜਿਸ ਰਾਹ ਤੇ ਚੱਲ ਰਹੇ ਹਾਂ ਉਹ ਪਵਿੱਤਰ ਆਤਮਾ ਪਰਮੇਸ਼ਵਰ 그 ਮਸੀਹ ਅਨਸੰਗੂੰਗ ਜੀ ਦੁਆਰਾ ਨਿਰਦੇਸ਼ਿਤ ਸਵਰਗ ਦਾ ਰਾਹ ਹੈ। ਜਦੋਂ ਅਸੀਂ 조금 더 우리가 ਖੁਸ਼ਖਬਰੀ ਦਾ ਕੰਮ ਕਰਦੇ ਹਾਂ 그래서 ਤਦ ਇਸ ਰਾਹ ਤੋਂ ਨਾ ਭਟਕ ਕੇ 그래서 ਸਾਨੂੰ ਆਪਣੇ ਸਵਰਗੀ ਪਿਤਾ 이 복음을 ਅਤੇ ਮਾਤਾ ਜੀ ਦੀਆਂ ਸਾਰੀਆਂ ਸਿੱਖਿਆਵਾਂ ਨੂੰ ਦ੍ਰਿੜਤਾ ਨਾਲ ਫੜੀ ਰੱਖਣਾ ਚਾਹੀਦਾ ਹੈ। 조금 전에 ਜਿਵੇਂ ਅਸੀਂ ਯਸ਼ਾਇਆ ਅਧਿਆਇ 52 ਵਿੱਚ ਦੇਖਿਆ ਸੀ ਇਹ ਲਿਖਿਆ ਹੈ 여호와께서 ਯਹੋਵਾ ਪਰਮੇਸ਼ਵਰ ਰਾਜ ਕਰਦਾ ਹੈ। ਪਰਮੇਸ਼ਵਰ ਸਿਯੋਨ ਵਿੱਚ ਰਾਜ ਕਰਦਾ ਹੈ। 이사야 ਯਸ਼ਾਇਆ ਅਧਿਆਇ 33 ਵਚਨ 21 ਵਿੱਚ ਇਹ ਵੀ ਕਿਹਾ ਗਿਆ ਹੈ 우리와 함께 ਪਰ ਉੱਥੇ ਯਹੋਵਾ ਸ਼ਾਨ ਵਿੱਚ ਸਾਡੇ ਅੰਗ ਸੰਗ ਹੋਵੇਗਾ। 지금 이제 ਇਸ ਸਮੇਂ 코로나로 말미암아 ਕੋਰੋਨਾ ਵਾਇਰਸ ਦੇ ਕਰਕੇ 사람들이 ਕਾਫੀ ਲੋਕਾਂ ਦਾ ਜੀਵਨ ਨਸ਼ਟ ਹੋ ਗਿਆ ਹੈ।
직장도 ਕਈਆਂ ਨੇ ਆਪਣੀ ਨੌਕਰੀ ਗਵਾ ਦਿੱਤੀ ਹੈ 실업자 수 ਅਤੇ ਬੇਰੁਜ਼ਗਾਰੀ ਦੀ ਦਰ ਬਹੁਤ ਜ਼ਿਆਦਾ ਹੈ। 이런 어떤 ਇਹ ਵਰਤਮਾਨ ਹਾਲਾਤ ਹਨ ਜਿਸ ਦਾ ਸਾਡਾ ਗਲੋਬਲ ਪਿੰਡ ਸਾਹਮਣਾ ਕਰ ਰਿਹਾ ਹੈ। 그러나 우리의 ਭਾਵੇਂ ਹੀ ਅਸੀਂ ਇਸ ਦੁਨੀਆ ਵਿੱਚ ਥੋੜੇ ਚਿਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹਾਂ, 있습니다만 ਪਰ ਆਓ ਅਸੀਂ ਹਮੇਸ਼ਾ ਸਵਰਗ ਦੇ ਰਾਜ ਬਾਰੇ ਸੋਚੀਏ। ਅਸੀਂ ਉਸ ਚਰਚ ਨਾਲ ਸੰਬੰਧਿਤ ਹਾਂ ਜਿਸ ਨੂੰ ਪਰਮੇਸ਼ਵਰ ਨੇ ਭਵਿੱਖਬਾਣੀਆਂ ਦੇ ਅਨੁਸਾਰ ਸਥਾਪਿਤ ਕੀਤਾ ਹੈ। ਅਸੀਂ ਆਪਣੇ ਪਰਮੇਸ਼ਵਰ ਵੱਲੋਂ ਸਦੀਪਕ ਜੀਵਨ ਦੀ ਆਸ਼ੀਸ਼ ਪ੍ਰਾਪਤ ਕੀਤੀ ਹੈ। 또 ਇਸ ਤੋਂ ਵੱਧ ਕੇ ਸਵਰਗੀ ਮਾਤਾ ਜੀ ਸਾਡੇ ਨਾਲ ਹਨ। ਤਦ ਸਾਨੂੰ ਸਾਰੇ ਡਰ ਤੇ ਜਿੱਤ ਪਾਉਣੀ ਚਾਹੀਦੀ ਹੈ। 광야 생활 ਜੰਗਲ ਵਿੱਚ ਇਸ ਤਰ੍ਹਾਂ ਇੱਕ ਵੀ ਇਜ਼ਰਾਈਲੀ ਨਹੀਂ ਸੀ 배고파 ਜੋ ਪਿਆਸ ਜਾਂ ਭੁੱਖ ਨਾਲ ਮਰਿਆ ਹੋਵੇ। ਉਹ ਕੌਣ ਸੀ ਜੋ ਮਰ ਗਏ? ਜੋ ਲੋਕ ਬੁੜਬੁੜਾਉਂਦੇ ਸੀ, ਸ਼ਿਕਾਇਤ ਕਰਦੇ ਸੀ ਅਤੇ ਪਰਮੇਸ਼ਵਰ ਤੇ ਕੋਈ ਵਿਸ਼ਵਾਸ ਨਹੀਂ ਰੱਖਦੇ ਸੀ, ਉਹ ਸਾਰੇ ਜੰਗਲ ਵਿੱਚ ਨਸ਼ਟ ਹੋ ਗਏ ਸੀ। 굶주려 죽은 ਬਾਈਬਲ ਵਿੱਚ ਭੁੱਖ ਨਾਲ ਮਰਨ ਵਾਲੇ ਕਿਸੇ ਵੀ ਵਿਅਕਤੀ ਦਾ ਰਿਕਾਰਡ ਨਹੀਂ ਹੈ। ਕੋਈ ਵੀ ਪਾਣੀ ਦੀ ਕਮੀ ਹੋਣ ਦੇ ਕਰਕੇ ਨਹੀਂ ਮਰਿਆ। ਜਿਵੇਂ ਕਿ ਲਿਖਿਆ ਹੈ, ਆਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ, ਜੋ ਉਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ, ਔਰ ਤੁਹਾਡਾ ਸਵਰਗੀ ਪਿਤਾ ਉਹਨਾਂ ਦੀ ਪਿਰਤਪਾਲ ਕਰਦਾ ਹੈ। ਭਲਾ ਤੁਸੀਂ ਉਹਨਾਂ ਨਾਲੋਂ ਉੱਤਮ ਨਹੀਂ ਹੋ? 여러분 하나님 ਸਾਰੇ ਲੋਕੋ, ਸਾਨੂੰ ਹਮੇਸ਼ਾ ਪਰਮੇਸ਼ਵਰ ਦੇ ਵਾਅਦੇ ਅਤੇ ਪਰਮੇਸ਼ਵਰ ਦੀ ਪਵਿੱਤਰ ਇੱਛਾ ਬਾਰੇ ਸੋਚਣਾ ਚਾਹੀਦਾ ਹੈ। 코로나 문제 ਦੁਨੀਆ ਭਰ ਵਿੱਚ 세계 곳곳에서 ਕਈ ਇਸ ਤਰ੍ਹਾਂ ਦੇ ਦੇਸ਼ ਹਨ ਜਿੱਥੇ ਫੈਕਟਰੀਆਂ 직장 일 ਅਤੇ ਕਾਰੋਬਾਰ ਮਹਾਮਾਰੀ ਦੇ ਕਰਕੇ ਬੰਦ ਹੋ ਗਏ ਹਨ। 우리나라는 ਕੋਰੀਆ ਵਿੱਚ ਅਸੀਂ ਆਰਾਧਨਾ ਨੂੰ ਥੋੜਾ ਜ਼ਿਆਦਾ ਆਜ਼ਾਦੀ ਨਾਲ ਮਨਾ ਸਕਦੇ ਹਾਂ, ਪਰ ਕਾਫੀ ਇਸ ਤਰ੍ਹਾਂ ਦੇ ਦੇਸ਼ ਹਨ ਜਿੱਥੇ ਹਾਲਾਤ ਜ਼ਿਆਦਾ ਔਖੇ ਹਨ। ਸਵਰਗ ਦਾ ਰਾਜ ਸਾਡੇ ਲਈ ਤਿਆਰ ਕੀਤਾ ਗਿਆ ਹੈ। 그런 점을 ਇਸ ਆਸ ਦੇ ਨਾਲ ਆਓ ਅਸੀਂ ਉਤਸ਼ਾਹਿਤ ਹੋ ਜਾਈਏ। 힘을 내시 ਮੈਨੂੰ ਯਕੀਨ ਹੈ ਕਿ ਇਸ ਤਰ੍ਹਾਂ ਦੇ ਪਰਿਵਾਰ ਹੋਣਗੇ ਜੋ ਮਹਾਮਾਰੀ ਦੇ ਕਰਕੇ ਪੀੜਿਤ ਹਨ। 것입니다. ਆਓ ਅਸੀਂ ਸਭ ਹੌਸਲਾ ਰੱਖੀਏ। 힘을 내시고 ਸਾਡੇ ਸਵਰਗੀ ਪਿਤਾ ਅਤੇ ਮਾਤਾ ਜੀ ਸਾਨੂੰ ਸਵਰਗ ਦੇ ਵੱਲ ਅਗਵਾਈ ਕਰ ਰਹੇ ਹਨ, 생과 봉 ਜਿੱਥੇ ਅਸੀਂ ਸਦੀਪਕ ਜੀਵਨ ਅਤੇ ਆਸ਼ੀਸ਼ ਦਾ ਆਨੰਦ ਲੈ ਸਕਦੇ ਹਾਂ। ਇਹ ਆਸ ਕਰਦੇ ਹੋਏ ਕਿ ਅਸੀਂ ਸਾਰੇ ਆਪਣੇ ਵਾਅਦੇ ਕੀਤੇ ਹੋਏ ਦੇਸ਼ ਵਿੱਚ ਪਹੁੰਚ ਜਾਵਾਂਗੇ, ਮੈਂ ਇਸ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਣ।